ਮੇਰੇ ਪਿਆਰੇ ਵਿਦਿਆਰਥੀਓ, ਅੱਜ ਆਪਾਂ ਜਨਰਲ ਫਾਊਂਡੇਸ਼ਨ ਕੋਰਸ ਦਾ ਦੂਜੇ ਪਾਠ ਦਾ ਪਹਿਲਾ ਟੌਪਿਕ ਪੜ੍ਹਾਂਗੇ। ਆਪਾਂ ਪਹਿਲੀਆਂ 3 ਵੀਡੀਓਜ਼ ਦੇ ਵਿੱਚ ਜਨਰਲ ਫਾਊਂਡੇਸ਼ਨ ਕੋਰਸ ਦੇ ਪਹਿਲੇ ਪਾਠ ਦੇ ਸਾਰੇ ਟੌਪਿਕ ਕੰਪਲੀਟ ਕਰ ਲਏ ਸੀ, ਪਹਿਲੀਆਂ 3 ਵੀਡੀਓਜ਼ ਦੇ ਵਿੱਚ। ਤੇ ਜਿਹੜੀ ਚੌਥੀ ਵੀਡੀਓ ਸੀ ਉਹ ਤੁਹਾਡੀ ਦੁਹਰਾਈ ਲਈ ਤੇ ਤੁਸੀਂ ਕਾਪੀਆਂ ਉੱਪਰ ਪ੍ਰਸ਼ਨ ਉੱਤਰਾਂ ਦੀ ਦੁਹਰਾਈ ਕਰ ਸਕੋ ਲਿਖ ਕੇ। ਉਹਦੇ ਲਈ ਤੁਹਾਨੂੰ ਪ੍ਰਸ਼ਨ ਉੱਤਰ ਦੀ ਇੱਕ ਵੀਡੀਓ ਬਣਾਈ ਸੀ, ਜਿਹੜੀ ਚੌਥੀ ਵੀਡੀਓ ਸੀ। ਮਤਲਬ ਪਹਿਲਾ ਪਾਠ ਪਹਿਲੀਆਂ 3 ਵੀਡੀਓਜ਼ ਦੇ ਵਿੱਚ ਕੰਪਲੀਟ, ਤੇ ਉਦੋਂ ਬਾਅਦ ਚੌਥੀ ਵੀਡੀਓ ਕੁਐਸਚਨ ਆਨਸਰਸ ਰਿਵੀਜ਼ਨ। ਆਈ ਹੁਣ ਆਪਾਂ ਜਿਹੜਾ ਟੌਪਿਕ 5 ਮਤਲਬ ਪਾਠ ਦੂਜੇ ਦਾ ਪਹਿਲਾ ਟੌਪਿਕ। ਅੱਜ ਆਪਾਂ ਕਿਹੜਾ ਟੌਪਿਕ ਪੜਾਂਗੇ? ਪਾਠ ਦੂਜੇ ਦਾ ਪਹਿਲਾ ਟੌਪਿਕ ਪ੍ਰੋਜੈਕਟ ਰਿਪੋਰਟ, ਜ਼ਰੂਰਤ ਅਤੇ ਤੱਤ। ਕੀ ਕੁਛ ਆ ਟੌਪਿਕ? ਪ੍ਰੋਜੈਕਟ ਰਿਪੋਰਟ, ਜ਼ਰੂਰਤ ਅਤੇ ਤੱਤ। ਦੇਖੋ, ਪਹਿਲੀ ਗੱਲ ਤਾਂ ਪ੍ਰੋਜੈਕਟ ਕੀ ਚੀਜ਼ ਹੁੰਦੀ ਆ? ਕੋਈ ਆਪਾਂ ਉਦਯੋਗ ਸ਼ੁਰੂ ਕਰਦੇ ਆ, ਕੋਈ ਵੀ ਆਪਾਂ ਕੰਮ ਕਰਦੇ ਆ, ਕੋਈ ਲਗਾਉਂਦੇ ਆ, ਕੋਈ ਪ੍ਰੋਜੈਕਟ ਲਗਾਉਂਦੇ ਆ, ਆਪਾਂ ਕਹਿੰਦੇ ਨਾ ਪ੍ਰੋਜੈਕਟ ਲਾਇਆ ਉਹਨੇ, ਤਾਂ ਮਤਲਬ ਕੋਈ ਬਿਜ਼ਨਸ ਦੀ ਸ਼ੁਰੂਆਤ ਕਰ ਲਈ ਜਾਂ ਕੋਈ ਉਦਯੋਗ ਦੀ ਸ਼ੁਰੂਆਤ ਕਰ ਲਈ, ਇਹਨੂੰ ਪ੍ਰੋਜੈਕਟ ਕਹਿੰਦੇ ਆ। ਉਹਦੀ ਰਿਪੋਰਟ ਮਤਲਬ ਲਿਖਤੀ ਦਸਤਾਵੇਜ਼ ਹੁੰਦਾ, ਜਿਹਦੇ ਚ ਸਾਰੀ ਜਾਣਕਾਰੀ ਦਿੱਤੀ ਹੁੰਦੀ ਹੈ। ਲਿਖਤੀ ਦਸਤਾਵੇਜ਼ ਮਤਲਬ ਡਾਕੂਮੈਂਟ, ਜਿਹਦੇ ਵਿੱਚ ਸਾਰੀ ਜਾਣਕਾਰੀ ਦਿੱਤੀ ਹੋਵੇ। ਕਈ ਡਾਕੂਮੈਂਟ ਹੁੰਦੇ ਨੇ ਇਹਦੇ ਚ, ਕਈ ਦਸਤਾਵੇਜ਼ ਹੁੰਦੇ ਨੇ, ਕਈ ਪੇਜਾਂ ਦੀ ਹੁੰਦੀ ਆ ਆਮ ਤੌਰ ਤੇ ਰਿਪੋਰਟ। ਤੇ ਉਹਦੀ ਜ਼ਰੂਰਤ ਕੀ ਹੈ ਤੇ ਉਹਦੇ ਤੱਤ ਕੀ ਨੇ, ਮਤਲਬ ਉਹਦੇ ਵਿੱਚ ਕੀ ਕੁਝ ਸ਼ਾਮਿਲ ਹੁੰਦਾ। ਇਹ ਸਾਰਾ ਕੁਝ ਅੱਜ ਦਾ ਆਪਣਾ ਟੌਪਿਕ। ਤਾਂ ਆਪਾਂ ਚੱਲਦੇ ਹਾਂ, ਜ਼ਿਆਦਾ ਸਮਾਂ ਨਾ ਖਰਾਬ ਕਰਦੇ ਹੋਏ ਚੱਲਦੇ ਹਾਂ ਆਪਾਂ ਟੌਪਿਕ ਤੇ। ਪ੍ਰੋਜੈਕਟ ਰਿਪੋਰਟ ਕੀ ਆ? ਦੇਖੋ, ਨਾਲ ਪੜ੍ਹਦੇ ਵੀ ਆਪਾਂ ਤੇ ਨਾਲ ਸਮਝਾਂਗੇ। ਇਹ ਕਿਸੇ ਵਪਾਰ ਦੀ ਸ਼ੁਰੂਆਤ ਸਮੇਂ ਇਸ ਵਪਾਰ ਵਿੱਚ ਹੋਣ ਵਾਲੇ ਸਾਰੇ ਕੰਮਾਂ ਦੀ ਯੋਜਨਾ ਦਾ ਕ੍ਰਮਬੱਧ ਰਿਕਾਰਡ ਹੁੰਦਾ ਹੈ। ਮਤਲਬ ਪ੍ਰੋਜੈਕਟ ਰਿਪੋਰਟ ਕੀ ਆ ਬੇਟਾ? ਪਹਿਲਾਂ ਸਮਝੋ। ਦੇਖੋ, ਜਦੋਂ ਆਪਾਂ ਕੋਈ ਵੀ ਉਦਯੋਗ ਸ਼ੁਰੂ ਕਰਦੇ ਹਾਂ ਤਾਂ ਉਦਯੋਗ ਦੇ ਸਾਰੇ ਪੱਖਾਂ ਨੂੰ ਆਪਾਂ ਨੇ ਲਿਖਤੀ ਰੂਪ ਦੇ ਵਿੱਚ ਕਾਗਜ਼ਾਂ ਦੇ ਉੱਪਰ ਉਤਾਰਨਾ। ਮਤਲਬ ਜਿਹੜੇ ਵੀ ਕੰਮ ਕੀਤੇ, ਜਿਹੜੀ ਵੀ ਚੀਜ਼ ਉਦਯੋਗ ਦੇ ਵਿੱਚ ਲਗਾਈ, ਉਹਨੂੰ ਸਾਰਾ ਲਿਖਤੀ ਰਿਕਾਰਡ ਬਣਾ ਲਿਆ। ਲਿਖਤੀ ਰਿਕਾਰਡ ਇਸ ਢੰਗ ਨਾਲ ਬਣਾਇਆ ਵੀ ਉਦਯੋਗ ਬਾਰੇ ਸਾਰੀ ਜਾਣਕਾਰੀ ਕਿਸੇ ਵੀ ਵਿਅਕਤੀ ਨੂੰ, ਚਾਹੇ ਉਦਯੋਗ ਨਾਲ ਜੁੜਿਆ ਹੋਵੇ ਚਾਹੇ ਨਾ ਜੁੜਿਆ ਹੋਵੇ, ਲਗਾਤਾਰ ਮਿਲ ਜੇ। ਸਾਰੀ ਜਾਣਕਾਰੀ ਲਗਾਤਾਰ। ਇਸ ਲਈ ਸਾਰੀਆਂ ਘਟਨਾਵਾਂ ਨੂੰ, ਸਾਰੇ ਕੰਮਾਂ ਨੂੰ ਕ੍ਰਮਬੱਧ ਰਿਕਾਰਡ ਦੇ ਵਿੱਚ ਰੱਖਿਆ ਹੁੰਦਾ। ਕ੍ਰਮਬੱਧ ਮਤਲਬ ਲਗਾਤਾਰ, ਸੀਰੀਅਲ ਵਾਈਜ਼। ਜਿਵੇਂ ਪਹਿਲਾਂ ਅਸੀਂ ਕੱਚਾ ਮਾਲ ਕਿੱਥੋਂ ਲਵਾਂਗੇ, ਫਿਰ ਆਪਾਂ ਮਸ਼ੀਨਰੀ ਕਿੱਥੋਂ ਲਿਆਵਾਂਗੇ, ਕੱਚੇ ਮਾਲ ਤੋਂ ਬਾਅਦ ਮਸ਼ੀਨਰੀ ਦੀ ਜ਼ਰੂਰਤ ਆ, ਫਿਰ ਆਪਣਾ ਪ੍ਰੋਡਕਟ ਤਿਆਰ ਹੋ ਜੂ ਤਾਂ ਪ੍ਰੋਡਕਟ ਬਾਰੇ ਜਾਣਕਾਰੀ ਦਿੱਤੀ ਹੋਊਗੀ, ਫਿਰ ਪ੍ਰੋਡਕਟ ਬਾਰੇ ਜਾਣਕਾਰੀ ਦੇਣ ਤੋਂ ਬਾਅਦ ਆਪਾਂ ਉਹਨੂੰ ਵੇਚਣਾ ਤਾਂ ਮਾਰਕੀਟਿੰਗ ਬਾਰੇ ਜਾਣਕਾਰੀ ਦਿੱਤੀ ਹੋਊਗੀ। ਤਾਂ ਜਿੰਨੇ ਵੀ ਕਾਰਜ ਨੇ ਉਹਨਾਂ ਨੂੰ ਇੱਕ ਸੀਰੀਅਲ ਆਰਡਰ ਦੇ ਵਿੱਚ ਲਿਖਤੀ ਰਿਕਾਰਡ ਦੇ ਰੂਪ ਵਿੱਚ ਬਦਲਣਾ, ਇਹਨੂੰ ਪ੍ਰੋਜੈਕਟ ਰਿਪੋਰਟ ਦੇ ਵਿੱਚ ਕਹਿੰਦੇ ਨੇ, ਪ੍ਰੋਜੈਕਟ ਰਿਪੋਰਟ ਕਹਿੰਦੇ ਨੇ। ਤਾਂ ਮਤਲਬ ਕੀ ਵੀ ਪ੍ਰੋਜੈਕਟ ਰਿਪੋਰਟ ਕੀ ਹੈ? ਇੱਕ ਲਿਖਤੀ ਰਿਕਾਰਡ ਆ। ਪਹਿਲੀ ਗੱਲ ਤਾਂ ਲਿਖਤੀ ਮਤਲਬ ਹੱਥ ਨਾਲ ਨਹੀਂ ਲਿਖਦੇ, ਹੱਥ ਨਾਲ ਲਿਖ ਸਕਦੇ ਆ, ਪਰ ਅੱਜ ਕੱਲ ਯੁੱਗ ਆ ਕੰਪਿਊਟਰ ਦਾ, ਕੰਪਿਊਟਰ ਤੇ ਸਾਰੀ ਟਾਈਪ ਕਰਦੇ ਨੇ, ਸਾਰੀ ਜਾਣਕਾਰੀ ਤੇ ਆਪਾਂ ਭੇਜਦੇ ਹੋ ਜਾਂਦੇ ਆ। ਤਾਂ ਇਸ ਦੂਜੀ ਲਾਈਨ, ਇਸ ਵਿੱਚ ਵਪਾਰ ਨਾਲ ਸੰਬੰਧਿਤ ਸਾਰੇ ਕੰਮਾਂ ਦਾ ਵਿਸਤਾਰ ਨਾਲ ਦ੍ਰਿਸ਼ ਪੇਸ਼ ਕੀਤਾ ਹੁੰਦਾ। ਵਪਾਰ ਵਿੱਚ ਜਿਹੜੇ ਵੀ ਉਦਯੋਗ ਵਿੱਚ ਤੁਹਾਡੇ ਜਿੰਨੇ ਵੀ ਕੰਮ ਨੇ, ਉਹਨਾਂ ਸਾਰੇ ਕੰਮਾਂ ਨੂੰ ਇਹਦੇ ਵਿੱਚ ਦਰਸਾਇਆ ਹੋਊਗਾ। ਉਹਨਾਂ ਸਾਰੇ ਕੰਮਾਂ ਨੂੰ ਇਹਦੇ ਵਿੱਚ ਲਗਾਤਾਰ ਪੇਸ਼ ਕੀਤਾ ਜਾਂਦਾ। ਕੰਮ ਕਿਵੇਂ? ਜਿਵੇਂ ਕੀ ਬਣਾਉਣਾ, ਕਿਹਨੇ ਕੀ ਕਰਨਾ, ਸਾਰੀਆਂ ਡਿਊਟੀਜ਼, ਠੀਕ ਹੈ, ਕਿਹੜੀ ਮਸ਼ੀਨ ਤੇ ਕੀ ਚੀਜ਼ ਤਿਆਰ ਹੋਣੀ ਹੈ, ਕਦੋਂ ਮਾਰਕੀਟਿੰਗ ਹੋਣੀ ਹੈ, ਮਾਰਕੀਟਿੰਗ ਕਿਵੇਂ ਹੋਣੀ ਹੈ, ਮਾਰਕੀਟਿੰਗ ਦਾ ਤਰੀਕਾ ਕੀ ਹੈ, ਸਾਰੇ ਕੰਮਾਂ ਬਾਰੇ। ਇਸ ਵਿੱਚ ਮੁੱਖ ਰੂਪ ਵਿੱਚ ਵਪਾਰ ਨਾਲ ਸੰਬੰਧਿਤ ਆਰਥਿਕ ਪੱਖ, ਤਕਨੀਕੀ ਪੱਖ, ਵਿੱਤੀ ਪੱਖ, ਪ੍ਰਬੰਧਕੀ ਪੱਖ ਤੇ ਉਤਪਾਦਨ ਦੇ ਪੱਖਾਂ ਬਾਰੇ ਸੂਚਨਾ ਲਿਖਤੀ ਰੂਪ ਵਿੱਚ ਦਰਜ ਹੁੰਦੀ ਹੈ। ਦੇਖੋ, ਆਰਥਿਕ ਪੱਖ, ਇਹ ਪੁਆਇੰਟ ਧਿਆਨ ਨਾਲ ਸਮਝਣ ਵਾਲੇ ਨੇ। ਕੱਲਾ ਪੁਆਇੰਟ ਆਰਥਿਕ ਪੱਖ ਕੀ ਹੋ ਗਿਆ? ਪੈਸੇ ਨਾਲ ਸੰਬੰਧਿਤ। ਕਿੰਨਾ ਨਿਵੇਸ਼ ਕੀਤਾ, ਕਿਹੜੀ ਚੀਜ਼ ਤੇ ਕਿੰਨਾ ਰੁਪਇਆ ਖਰਚ ਕਰਨਾਗਾ, ਕਿੰਨਾ ਰੁਪਇਆ ਅਸੀਂ ਬਚਾ ਕੇ ਰੱਖਣਾਗਾ, ਵੀ ਤਾਂ ਕਿੰਨਾ ਰੁਪਇਆ ਆਪਾਂ ਨੇ ਇਹ ਸੋਚਣਾ ਵੀ ਆਮਦਨ ਕਰਨੀ ਆ, ਕਿੰਨਾ ਰੁਪਇਆ ਟੋਟਲ ਬਿਜ਼ਨਸ ਦੇ ਵਿੱਚ ਖਰਚ ਆ ਜਾਊਗਾ, ਕਿੰਨਾ ਰੁਪਇਆ ਆਪਾਂ ਇਸ ਲਈ ਬਚਾ ਕੇ ਰੱਖਣਾ ਵੀ 1 ਸਾਲ ਮੰਨ ਲਓ ਕੰਮ ਨਹੀਂ ਵੀ ਚੱਲਦਾ ਤਾਂ ਆਪਾਂ ਖਰਚੇ ਦੇ ਸਕੀਏ। ਇਹ ਸਾਰਾ ਰਿਕਾਰਡ ਆਰਥਿਕ ਪੱਖ 'ਚ ਸ਼ਾਮਿਲ ਆ। ਤਕਨੀਕੀ ਪੱਖ ਦੇਖੀਏ, ਨਾਮ ਤੋਂ ਪਤਾ ਲੱਗਦਾ ਟੈਕਨੋਲੋਜੀ,
ਮਤਲਬ ਪ੍ਰੋਡਕਟ ਦੀ ਤਿਆਰੀ ਲਈ ਕਿਹੜੀਆਂ ਮਸ਼ੀਨਾਂ ਲਗਾਉਣੀਆਂ ਨੇ, ਉਹ ਮਸ਼ੀਨਾਂ ਕਿੱਥੋਂ ਲੈਤੀਆਂ ਨੇ, ਕਿਸ ਰੇਟ ਨੂੰ ਲੈਤੀਆਂ ਨੇ, ਉਹ ਮਸ਼ੀਨਾਂ ਨੂੰ ਚਲਾਇਆ ਕਿਵੇਂ ਜਾਊਗਾ, ਸਾਰਾ ਕੁਝ, ਉਹ ਮਸ਼ੀਨਾਂ ਕਿੱਥੇ ਫਿੱਟ ਕਰਨੀਆਂ ਨੇ ਵਗੈਰਾ ਵਗੈਰਾ। ਉਸ ਤੋਂ ਬਾਅਦ ਵਿੱਤੀ ਪੱਖ ਤੇ ਆਰਥਿਕ ਪੱਖ 'ਚ ਕੋਈ ਜ਼ਿਆਦਾ ਫਰਕ ਨਹੀਂ। ਦੇਖੋ ਇਹ ਵੀ ਵਿੱਤੀ ਪ੍ਰਬੰਧ ਨਾਲ ਸੰਬੰਧਿਤ ਆ, ਮਤਲਬ ਪੈਸੇ ਦਾ ਪ੍ਰਬੰਧ ਕਿੱਥੋਂ ਕਿੱਥੋਂ ਕਰਨਾ, ਕਿਵੇਂ ਕਿਵੇਂ ਕਰਨਾ, ਇਹ ਚੀਜ਼ ਦਾ ਧਿਆਨ ਰੱਖਣਾ। ਪ੍ਰਬੰਧਕੀ ਪੱਖ, ਜਿਵੇਂ ਵਿੱਤੀ ਪੱਖ ਦੇ ਵਿੱਚ ਦੇਖੋ ਆਪਾਂ ਇਹ ਵੀ ਨੋਟ ਕਰਾਂਗੇ ਵੀ ਆਪਾਂ ਲੋਨ ਕਿੱਥੋਂ ਕਿੱਥੋਂ ਲਿਆ, ਜਾਂ ਲੋਨ ਕਿੱਥੋਂ ਲੈਣਾ ਚਾਹੁੰਦੇ, ਜਾਂ ਕਿੰਨਾ ਬਜਟ ਆਪਾਂ ਨੂੰ ਕਿੱਥੋਂ ਕਿੱਥੋਂ ਪ੍ਰਬੰਧਿਤ ਕਰਨਾ ਪਊਗਾ। ਅਗਲਾ ਪੁਆਇੰਟ ਹੈ ਪ੍ਰਬੰਧਕੀ ਪੱਖ ਕੀ ਹੋ ਗਿਆ, ਦੇਖੋ ਪ੍ਰਬੰਧ ਕਰਨਾ, ਕਿਹਨੂੰ ਕਿਹੜੀ ਪੋਸਟ ਦਿੱਤੀ ਜਾਊਗੀ, ਕਿਹਨੂੰ ਕਿਹੜਾ ਵਿਭਾਗ ਦਿੱਤਾ ਜਾਊਗਾ, ਕਿਹੜੇ ਵਿਭਾਗ ਦੇ ਵਿੱਚ ਕਿਹੜੇ ਕਿਹੜੇ ਕੰਮ ਸ਼ਾਮਿਲ ਹੋਣਗੇ, ਇਹ ਸਾਰਾ ਕੁਝ ਪ੍ਰਬੰਧਕੀ ਪੱਖ ਦੇ ਵਿੱਚ ਆ ਜਾਂਦਾ। ਉਤਪਾਦਨ ਪੱਖ, ਮਤਲਬ ਉਤਪਾਦਨ ਕਿੰਨਾ ਹੋਊਗਾ, ਕਦੋਂ ਹੋਊਗਾ, ਕਿਵੇਂ ਹੋਊਗਾ, ਕੱਚਾ ਮਾਲ ਕਿੱਥੋਂ ਆਊਗਾ, ਕਿਹੜਾ ਮਾਲ ਤਿਆਰ ਕਰਨਾਗਾ, ਸਾਰਾ ਉਤਪਾਦਨ। ਇਹ ਸਾਰੇ ਪੱਖਾਂ ਬਾਰੇ ਜਾਣਕਾਰੀ ਪ੍ਰੋਜੈਕਟ ਰਿਪੋਰਟ ਦੇ ਵਿੱਚ ਸੀਰੀਅਲ ਰੂਪ ਦੇ ਵਿੱਚ, ਮਤਲਬ ਕ੍ਰਮਬੱਧ ਰਿਕਾਰਡ ਦੇ ਵਿੱਚ ਦਰਜ ਹੁੰਦੀ ਆ। ਅੱਛਾ, ਇੱਕ ਗੱਲ ਦਾ ਖਿਆਲ ਰੱਖਿਓ, ਇਹ ਆਪਾਂ ਵੈਸੇ ਤਿਆਰ ਕਿਉਂ ਕਰਦੇ ਹਾਂ, ਥੋੜੀ ਜਿਹੀ ਇੰਟਰੋਡਕਸ਼ਨ ਦੇਣੀ ਜ਼ਰੂਰੀ ਹੈ, ਬਾਕੀ ਆਪਾਂ ਅੱਗੇ ਵਧਦੇ ਹਾਂ। ਦੇਖੋ ਆਪਾਂ ਨੇ ਵਪਾਰ ਉਦਯੋਗ ਸ਼ੁਰੂ ਕਰਨਾ, ਆਪਾਂ ਇੱਕ ਉਦਾਹਰਨ ਲੈਂਦੇ ਹਾਂ। ਵੈਸੇ ਤੇ ਕਈ ਫਾਇਦੇ ਨੇ ਪ੍ਰੋਜੈਕਟ ਰਿਪੋਰਟ ਦੇ, ਪਰ ਇੱਕ ਸਪਸ਼ਟ ਜਿਹਾ ਫਾਇਦਾ ਦੇਖਦੇ ਹਾਂ। ਹੁਣ ਮੰਨ ਲਓ ਆਪਾਂ ਬੈਂਕ ਤੋਂ ਲੋਨ ਲੈਣ ਜਾਣਾ, ਤਾਂ ਬੈਂਕ ਕਹੂਗਾ ਮੈਨੂੰ ਕੀ ਪਤਾ ਵੀ ਤੁਹਾਡੀ ਕੰਪਨੀ ਦੇ ਵਿੱਚ ਕੀ ਆ ਕੀ ਨਹੀਂ ਹੈਗਾ। ਤਾਂ ਹੁਣ ਬਾਰ-ਬਾਰ ਬੈਂਕ ਮੈਨੇਜਰ ਕੋਲ ਇੰਨਾ ਟਾਈਮ ਨਹੀਂ ਹੁੰਦਾ ਵੀ, ਜਾਂ ਕੋਈ ਵੀ ਬੰਦਾ ਵੀ ਹਨਾ, ਮੈਂ ਜਾਊਂਗਾ ਸਾਰੀ ਕੰਪਨੀ ਦਿਖਾਊਂਗਾ ਨਾ, ਕੰਪਨੀ ਦੇ ਉਦਮੀ ਕੋਲ ਵੀ ਹੋ ਸਕਦਾ ਟਾਈਮ ਨਾ ਹੋਵੇ, ਸਮਾਂ ਖਰਾਬ ਬਹੁਤ ਹੁੰਦਾ ਇਸ ਚੀਜ਼ ਦੇ ਵਿੱਚ। ਤਾਂ ਸਭ ਤੋਂ ਪਹਿਲਾਂ ਉਦਮੀ ਲੋਨ ਲੈਣ ਲੱਗੇ ਸਭ ਤੋਂ ਪਹਿਲਾਂ ਆਪਦੀ ਪ੍ਰੋਜੈਕਟ ਰਿਪੋਰਟ ਬਣਾ ਕੇ ਲੈ ਕੇ ਜਾਂਦਾ, ਜਿਹਦੇ ਤੋਂ ਇਹ ਅੰਦਾਜ਼ਾ ਲੱਗ ਜਾਂਦਾ ਵੀ ਕੋਈ ਕੰਪਨੀ, ਉਦਮੀ ਨੇ ਜਿਹੜੀ ਕੰਪਨੀ ਦੀ ਪ੍ਰੋਜੈਕਟ ਰਿਪੋਰਟ ਪੇਸ਼ ਕੀਤੀ ਹੈ ਉਹ ਕਿਹੋ ਜਿਹੀ ਆ, ਕੰਪਨੀ ਹੈਗੀ ਵੀ ਆ ਨਹੀਂ ਹੈਗੀ, ਕਿੰਨਾ ਕੁ ਉਹਦਾ ਸਟੈਂਡਰਡ ਆ, ਕੀ ਗੱਲਬਾਤ ਆ, ਕਿੰਨੀਆਂ ਕੁ ਮਸ਼ੀਨਾਂ ਲੱਗੀਆਂ ਨੇ, ਕਿੰਨੇ ਕੁ EMPLOYEES ਨੇ, ਸਾਰਾ ਕੁਝ ਪਤਾ ਲੱਗ ਜਾਂਦਾ। ਤਾਂ ਫਿਰ ਉਹ ਲੋਨ ਦੇਣ ਬਾਰੇ ਸੋਚ ਸਕਦਾ ਮੈਨੇਜਰ। ਹਾਂ, ਜੇ ਮੈਨੇਜਰ ਨੂੰ ਕੋਈ ਡਾਊਟ ਲੱਗਦਾ ਤਾਂ ਜਾ ਕੇ ਚੈੱਕ ਵੀ ਕਰ ਸਕਦਾ, ਪਰ ਕੁਝ ਤਾਂ ਅੰਦਾਜ਼ਾ ਹੋਇਆ ਨਾ, ਨਹੀਂ ਤਾਂ ਕੁਝ ਵੀ ਨਹੀਂ ਪਤਾ ਲੱਗ ਸਕਦਾ। ਤਾਂ ਲੋਨ ਲੈਣ ਲਈ ਸਭ ਤੋਂ ਮੁੱਢਲੀ ਕੰਡੀਸ਼ਨ ਇਹ ਵੀ ਮੰਨੀ ਜਾਂਦੀ ਹੈ ਕਈ ਬੈਂਕਾਂ ਦੇ ਵਿੱਚ। ਤਾਂ ਹੋਰ ਵੀ ਬੜੇ ਫਾਇਦੇ ਨੇ। ਇੱਕ ਅਣਜਾਣ ਬੰਦਾ ਜਿਹਨੂੰ ਪ੍ਰੋਜੈਕਟ ਬਾਰੇ ਬਿਲਕੁਲ ਜਾਣਕਾਰੀ ਨਹੀਂ, ਉਹ ਵੀ ਰਿਪੋਰਟ ਪੜ੍ਹ ਕੇ ਸਾਰਾ ਕੁਝ ਦੇਖ ਲੂਗਾ। ਹੁਣ ਅਗਲੀ ਗੱਲ ਦੇਖੋ, ਪ੍ਰੋਜੈਕਟ ਰਿਪੋਰਟ ਹੈ ਜਿਹੜੀ, ਉਹ ਸਿਰਫ ਇਹ ਨਹੀਂ ਵੀ ਕੰਪਨੀਆਂ ਦੇ ਵਿੱਚ ਹੀ ਬਣਦੀ ਆ, ਬਲਕਿ ਸਿੱਖਿਆ ਦੇ ਵਿੱਚ, ਤੁਸੀਂ ਇੰਜੀਨੀਅਰਿੰਗ ਦੇ ਵਿੱਚ ਤੁਸੀਂ ਆਮ ਕਰਕੇ ਬੀਟੈਕ ਜਾਂ ਡਿਪਲੋਮਾ ਕਰਦੇ ਨੇ ਬੱਚੇ ਇੰਜੀਨੀਅਰਿੰਗ ਦਾ, ਉਹਦੇ 'ਚ ਵੀ ਪ੍ਰੋਜੈਕਟ ਰਿਪੋਰਟ ਬਣਵਾਈ ਜਾਂਦੀ ਹੈ। ਕਈ ਸਮੈਸਟਰਾਂ ਦੇ ਵਿੱਚ ਪ੍ਰੋਜੈਕਟ ਰਿਪੋਰਟ ਬਣਾਈ ਜਾਂਦੀ ਹੈ। ਮਤਲਬ ਕਹਿੰਦੇ ਨੇ ਤੁਸੀਂ ਕਿਸੇ ਕੰਪਨੀ ਦੇ ਵਿੱਚ ਜਾਂਦੇ ਹੋ, ਕੰਪਨੀ ਦੇ ਵਿੱਚ ਜਾ ਕੇ ਕੰਮ ਕਰਦੇ ਹੋ, ਟ੍ਰੇਨਿੰਗ ਲੈਂਦੇ ਹੋ, ਤਾਂ ਟ੍ਰੇਨਿੰਗ ਦੀ ਵੀ ਪ੍ਰੋਜੈਕਟ ਰਿਪੋਰਟ ਹੁੰਦੀ ਹੈ ਵੀ ਕੀ ਕਰਕੇ ਆਏ, ਕਿਵੇਂ ਕਰਕੇ ਆਏ, ਕੀ ਦੇਖ ਕੇ ਆਏ, ਸਾਰਾ ਕੁਝ। ਤਾਂ ਹੁਣ ਆਪਾਂ ਪ੍ਰੋਜੈਕਟ ਰਿਪੋਰਟ ਵਿੱਚ ਕਿਸੇ ਸ਼ੁਰੂ ਕੀਤੇ ਜਾ ਰਹੇ ਉਦਯੋਗ ਦੇ ਉਦੇਸ਼ ਦੀ ਵਿਆਖਿਆ ਕੀਤੀ ਹੁੰਦੀ ਹੈ। ਉਦੇਸ਼ ਕੀ ਆ, ਕਿਉਂ ਸ਼ੁਰੂ ਕੀਤਾ ਜਾ ਰਿਹਾ ਕੰਮ, ਜਾਂ ਉਸ ਉਦੇਸ਼ ਦੀ ਪੂਰਤੀ ਲਈ ਜਿਹੜੇ ਜਿਹੜੇ ਕਦਮ ਚੁੱਕਣੇ ਪੈਂਦੇ ਨੇ, ਉਹਦੇ ਬਾਰੇ ਵੀ ਜਾਣਕਾਰੀ ਦਿੱਤੀ ਹੁੰਦੀ ਹੈ। ਠੀਕ ਹੈ, ਇਹ ਸੀਗੀ ਪ੍ਰੋਜੈਕਟ ਰਿਪੋਰਟ, ਮਤਲਬ ਲਿਖਤੀ ਰਿਕਾਰਡ, ਬਸ ਐਂ ਕਹਿ ਲਓ ਸਾਰੇ ਬਿਜ਼ਨਸ ਦੀਆਂ ਗਤੀਵਿਧੀਆਂ ਦਾ ਲਿਖਤੀ ਰਿਕਾਰਡ। ਹੁਣ ਆਪਾਂ ਉਸ ਉਦੇਸ਼ ਦੀ ਪੂਰਤੀ ਲਈ, ਹੁਣ ਜਿਹੜਾ ਉਦੇਸ਼ ਤੈਅ ਕੀਤਾ ਗਾ ਆਪਾਂ ਨੇ, ਪਿੱਛੇ ਦੱਸਿਆ ਵੀ ਇਹਦੇ 'ਚ ਉਦੇਸ਼ ਬਾਰੇ ਜਾਣਕਾਰੀ ਹੁੰਦੀ ਆ, ਤਾਂ ਉਸ ਉਦੇਸ਼ ਦੀ ਪੂਰਤੀ ਲਈ ਅਨੁਮਾਨਿਤ ਖਰਚਾ ਕਿੰਨਾ ਕੁ ਆ ਜਾਊਗਾ, ਉਹ ਵੀ ਸਾਰਾ ਲਿਖਿਆ ਹੁੰਦਾ। ਸਾਰੀ ਯੋਜਨਾ ਬਣੀ ਹੁੰਦੀ ਹੈ, ਸਾਰੀ ਯੋਜਨਾ ਨੂੰ ਆਪਾਂ ਲਿਖਤੀ ਰੂਪ ਦੇ ਦਿੰਦੇ ਹਾਂ। ਠੀਕ ਹੈ, ਉਸ ਤੋਂ ਬਾਅਦ ਜੇ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਵੀ ਜੇਕਰ ਉਦਮੀ ਕੋਈ ਲੋਨ ਲੈਣਾ ਚਾਹੁੰਦਾ ਜਾਂ ਵਿੱਤੀ ਸਹਾਇਤਾ ਲਾਉਣਾ ਚਾਹੁੰਦਾ, ਤਾਂ ਉਹਨੂੰ ਮੋਸਟਲੀ ਪ੍ਰੋਜੈਕਟ ਰਿਪੋਰਟ ਦੇਣੀ ਹੀ ਪਊਗੀ। ਕਿਉਂ? ਕਿਉਂਕਿ ਪ੍ਰੋਜੈਕਟ ਰਿਪੋਰਟ ਦੇ ਆਧਾਰ ਤੇ ਹੀ ਜਿਸ ਵਿਅਕਤੀ ਤੋਂ ਉਸਨੇ ਲੋਨ ਲੈਣਾ ਜਾਂ ਜਿਸ ਸੰਸਥਾ ਤੋਂ ਉਹਨੇ ਲੋਨ ਲੈਣਾ, ਉਹਨੂੰ ਜਾਣਕਾਰੀ ਪ੍ਰਾਪਤ ਹੋ ਜੂਗੀ। ਇਹ ਸੀਗੀ ਪ੍ਰੋਜੈਕਟ ਰਿਪੋਰਟ ਕੀ ਹੈ। ਹੁਣ ਆਪਾਂ ਚੱਲਦੇ ਹਾਂ ਦੂਜਾ ਟੌਪਿਕ, ਪ੍ਰੋਜੈਕਟ ਰਿਪੋਰਟ ਦੀ ਜ਼ਰੂਰਤ। ਤਾਂ ਜ਼ਰੂਰਤ ਦੇਖੋ ਕੀ ਆ, ਸਭ ਤੋਂ ਪਹਿਲਾਂ ਤਾਂ ਪ੍ਰੋਜੈਕਟ ਦੀ ਸਾਰੀ ਕ੍ਰਮਬੱਧ ਜਾਣਕਾਰੀ। ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ, ਕ੍ਰਮਬੱਧ ਮਤਲਬ ਲਾਈਨ ਵਾਰ, ਇਹ ਸ਼ਬਦ ਆ ਕ੍ਰਮਬੱਧ, ਸੀਰੀਅਲ ਵਾਈਜ਼। ਠੀਕ ਹੈ, ਇਹਦੇ 'ਚ ਜਾਣਕਾਰੀ ਦਰਜ ਹੁੰਦੀ ਹੈ। ਫਾਇਦਾ ਕਰਦੇ ਪਤਾ ਲੱਗ ਜਾਂਦਾ ਕੀ ਕੁਝ ਕੰਮ ਹੋਣੇ ਨੇ। ਅਨੁਮਾਨਿਤ ਲਾਗਤ ਮਤਲਬ ਕਿੰਨਾ ਕੁ ਅੰਦਾਜ਼ਨ ਆਪਣਾ ਖਰਚਾ ਆ ਜਾਊਗਾ। ਕਈ ਗੱਲਾਂ ਤਾਂ ਇਹਦੇ 'ਚ ਸਪਸ਼ਟ ਹੀ ਹੁੰਦੀਆਂ ਨੇ ਵੀ ਜੇ ਮਸ਼ੀਨ ਦਾ ਇੰਨਾ ਲੱਗ ਗਿਆ, ਕਈ ਲੱਗ ਗਿਆ ਤੇ ਕਈ ਲੱਗਣਾ। ਠੀਕ ਹੈ, ਅਨੁਮਾਨਿਤ ਲਾਗਤ ਮਤਲਬ ਜਿਹੜੀ ਉਮੀਦ ਆ ਵੀ ਲੱਗ ਜੂਗੀ ਇੰਨੀ, ਉਹਦੇ ਬਾਰੇ ਵੀ ਜਾਣਕਾਰੀ ਦਰਜ ਹੁੰਦੀ ਆ। ਠੀਕ ਹੈ, ਉਦਮੀ ਨੇ ਜਦੋਂ ਇੱਕ ਵਾਰ ਪ੍ਰੋਜੈਕਟ ਰਿਪੋਰਟ ਤਿਆਰ ਕਰ ਲਈ, ਤਾਂ ਉਹਨੂੰ ਆਪਦੇ ਬਿਜ਼ਨਸ ਬਾਰੇ ਬਾਰ-ਬਾਰ ਲੋਕਾਂ ਅੱਗੇ ਨਹੀਂ ਦੱਸਣਾ ਪੈਂਦਾ, ਮੇਰਾ ਬਿਜ਼ਨਸ 'ਚ ਆਹ ਗਾ, ਮੈਂ ਐਂ ਕੀਤਾ, ਮੈਂ ਉਹ ਕੀਤਾ, ਕੁਝ ਨਹੀਂ ਦੱਸਣ ਦੀ ਲੋੜ ਆ। ਉਹ ਪ੍ਰੋਜੈਕਟ ਰਿਪੋਰਟ ਅੱਗੇ ਧਰੇ ਤੇ ਦੂਜਾ ਵਿਅਕਤੀ ਦੇਖ ਸਕਦਾ, ਕਿਉਂਕਿ ਸਾਰੇ ਪ੍ਰੋਜੈਕਟ ਦੀ ਵਿਆਖਿਆ ਤਾਂ ਪ੍ਰੋਜੈਕਟ ਰਿਪੋਰਟ 'ਚ ਹੀ ਹੈ ਜਿਹੜੀ ਉਦਮੀ ਨੇ ਪੇਸ਼ ਹੀ ਕਰਤੀ।
ਇਸ ਲਈ ਉਦਮੀ ਦੀ ਇੱਕ ਵਾਰ ਦੀ ਮਿਹਨਤ ਹੁੰਦੀ ਹੈ ਵੀ ਉਹ ਪ੍ਰੋਜੈਕਟ ਰਿਪੋਰਟ ਤਿਆਰ ਕਰ ਲੇ, ਉਦੋਂ ਬਾਅਦ ਤਾਂ ਵੈਸੇ ਦੇਣੀ ਹੁੰਦੀ ਹੈ ਪ੍ਰੋਜੈਕਟ ਰਿਪੋਰਟ। ਅੱਛਾ, ਇਸ ਤੋਂ ਬਾਅਦ ਦੇਖੋ ਇਹਦੇ ਚ ਕਿਸੇ ਭਵਿੱਖ ਵਿੱਚ ਹੋਣ ਵਾਲੀਆਂ ਕਿਰਿਆਵਾਂ ਦਾ ਵੀ ਪਤਾ ਲੱਗ ਜਾਂਦਾ, ਭਵਿੱਖ ਦੇ ਵਿੱਚ ਕੀ ਕਰੂਗਾ ਉਦਮੀ, ਕਿਉਂਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਪੂਰੇ ਪ੍ਰੋਜੈਕਟ ਦੀ ਰਿਪੋਰਟ ਹੁੰਦੀ ਹੈ ਜਿਹਦੇ ਵਿੱਚ ਆ ਰਹੀਆਂ ਗਤੀਵਿਧੀਆਂ ਬਾਰੇ ਵੀ ਜਾਣਕਾਰੀ ਸ਼ਾਮਿਲ ਹੁੰਦੀ ਆ। ਅੱਛਾ, ਉਸ ਤੋਂ ਬਾਅਦ ਕਿਸੇ ਲੋਨ ਲੈਣ ਸਮੇਂ ਜਾਂ ਵਿੱਤੀ ਸਹਾਇਕ ਸੰਸਥਾ ਕੋਲੇ ਦੇ ਅਧਿਕਾਰੀ ਨੂੰ ਸਾਰੀ ਪ੍ਰੋਜੈਕਟ ਦੀ ਜਾਣਕਾਰੀ ਦੇਣੀ ਹੋਵੇ ਤਾਂ ਮੈਂ ਪਹਿਲਾਂ ਦੱਸ ਚੁੱਕਿਆ, ਉਹਦੇ ਵਾਸਤੇ ਵੀ ਆਪਾਂ ਪ੍ਰੋਜੈਕਟ ਰਿਪੋਰਟ ਦੇ ਸਕਦੇ ਹਾਂ। ਠੀਕ ਹੈ, ਉਦਯੋਗ ਲਈ ਲੋੜੀਂਦੇ ਉਪਕਰਨ, ਕਿਹੜੀਆਂ ਕਿਹੜੀਆਂ ਮਸ਼ੀਨਾਂ ਲਾਵਾਂਗੇ, ਉਹ ਵੀ ਸਾਰਾ ਕੁਝ ਇਹ ਤੋਂ ਪਤਾ ਲੱਗ ਜਾਂਦਾ। ਇਹ ਸੀਗੇ ਇਹਦੇ ਜ਼ਰੂਰਤ ਜਾਂ ਫਾਇਦੇ। ਅਗਲਾ ਦੇਖੋ, ਇਸ ਵਿੱਚ ਕਿਸੇ ਉਦਯੋਗ ਲਈ ਲੋੜੀਂਦੇ ਸੋਮਿਆਂ ਦੀ ਪੂਰਤੀ ਦਾ ਪਤਾ ਲੱਗਦਾ। ਲੋੜੀਂਦੇ ਸੋਮੇ ਮਤਲਬ ਜਦ ਆਪਣਾ ਸਾਰਾ ਇਹੀ ਤੈਅ ਹੋ ਗਿਆ ਆਪਾਂ ਕੀ ਕਰਨਾ, ਕਿਵੇਂ ਕਰਨਾ, ਤਾਂ ਆਪਾਂ ਨੂੰ ਇਹ ਵੀ ਪਤਾ ਲੱਗੂਗਾ ਵੀ ਕੀ ਕੁਝ ਚਾਹੀਦਾ ਆਪਾਂ ਨੂੰ ਉਸ ਕੰਮ ਨੂੰ ਕਰਨ। ਮੰਨ ਲਓ ਕੰਮ ਤਾਂ ਸੋਚ ਲਿਆ, ਮੰਨ ਲਓ ਆਪਾਂ ਸੋਚ ਲਿਆ ਇੱਕ ਮਸ਼ੀਨ ਆ ਜਿਹੜੀ ਉਹ 10 ਪ੍ਰੋਡਕਟ ਤਿਆਰ ਕਰਦੀ ਆ, ਇੱਕ ਮਸ਼ੀਨ ਇੱਕ ਦਿਨ ਦੇ ਵਿੱਚ 10 ਪ੍ਰੋਡਕਟ ਤਿਆਰ ਕਰਦੀ ਆ, ਤੇ ਆਪਾਂ ਸੋਚ ਲਿਆ ਵੀ ਡੇਲੀ 100 ਪ੍ਰੋਡਕਟ ਤਿਆਰ ਕਰਨਾ, ਤਾਂ ਨੈਚੁਰਲੀ ਗੱਲ ਆ ਵੀ 10 ਮਸ਼ੀਨਾਂ ਚਾਹੀਦੀਆਂ ਨੇ। ਤਾਂ ਜਿਹੜੇ ਮਸ਼ੀਨਾਂ ਨੇ ਉਹ ਸਰੋਤ ਨੇ ਜਾਂ ਸੋਮੇ ਨੇ। ਠੀਕ ਹੈ, ਪ੍ਰੋਡਕਟ ਤਿਆਰ ਕਰਨਾ ਕੰਮ ਆ, ਤਾਂ ਕੰਮ ਦੇ ਮੁਤਾਬਕ ਆਪਾਂ ਨੂੰ ਸੋਮਿਆਂ ਦੀ ਪੂਰਤੀ ਜਾਂ ਸਰੋਤਾਂ ਦੀ ਪੂਰਤੀ ਵੀ ਕਰ ਸਕਦੇ ਹਾਂ। ਇਸ ਵਿੱਚ ਕਿਸੇ ਪ੍ਰੋਜੈਕਟ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਦਾ ਅਨੁਮਾਨ ਵੀ ਲੱਗ ਜਾਂਦਾ। ਆਪਾਂ ਪਹਿਲਾਂ ਹੀ ਜਦੋਂ ਪਲੈਨਿੰਗ ਕਰਦੇ ਹਾਂ ਤਾਂ ਆਪਾਂ ਨੂੰ ਅਨੁਮਾਨ ਲੱਗ ਜਾਂਦਾ ਵੀ ਇੱਥੇ ਆ ਦਿੱਕਤ ਆ ਸਕਦੀ ਹੈ, ਫਿਰ ਉਹ ਦਿੱਕਤ ਨੂੰ ਆਪਾਂ ਪਹਿਲਾਂ ਹੀ ਦੂਰ ਕਰਨ ਦੇ ਯੋਗ ਹੋ ਸਕਦੇ ਹਾਂ। ਇਹ ਸੀਗੀ ਜ਼ਰੂਰਤ। ਹੁਣ ਆਪਾਂ ਚੱਲਦੇ ਤੀਜੇ ਟੌਪਿਕ ਤੇ, ਪ੍ਰੋਜੈਕਟ ਰਿਪੋਰਟ ਦੇ ਤੱਤ ਹੁੰਦਾ ਮਤਲਬ ਪ੍ਰੋਜੈਕਟ ਰਿਪੋਰਟ ਦੇ ਵਿੱਚ ਹੈਡਿੰਗਸ, ਕਿਹੜੀਆਂ ਕਿਹੜੀਆਂ ਹੈਡਿੰਗਸ ਦੀ ਜਾਣਕਾਰੀ ਸ਼ਾਮਿਲ ਹੁੰਦੀ ਆ, ਮਤਲਬ ਕਿਸ ਕਿਸ ਪੱਖ ਬਾਰੇ ਜਾਣਕਾਰੀ ਸ਼ਾਮਿਲ ਹੁੰਦੀ, ਉਹਨੂੰ ਤੱਤ ਕਹਿੰਦੇ ਨੇ। ਜਿਵੇਂ ਭੂਮਿਕਾ ਇੰਟਰੋਡਕਸ਼ਨ ਮਤਲਬ ਆਪਾਂ ਜਿਹੜੀ ਸ਼ੁਰੂ ਦੇ ਵਿੱਚ ਹੀ ਸਾਰੇ ਪ੍ਰੋਜੈਕਟ ਦੀ ਛੋਟੀ ਜਿਹੀ ਜਾਣਕਾਰੀ ਦੇ ਦਿੰਦੇ ਥੋੜੇ ਅੱਖਰਾਂ ਦੇ ਵਿੱਚ ਵੀ ਅਸੀਂ ਕੀ ਕਰਨਾ, ਕਿਵੇਂ ਕਰਨਾ, ਕਿਉਂ ਕਰਨਾ। ਮਤਲਬ ਇਸ ਤੱਤ ਵਿੱਚ ਕਿਸੇ ਸ਼ੁਰੂ ਕੀਤੇ ਜਾ ਰਹੇ ਪ੍ਰੋਜੈਕਟ ਦੀ ਮੁੱਢਲੀ ਜਾਣਕਾਰੀ, ਜਿਵੇਂ ਕਿਹੜਾ ਪ੍ਰੋਡਕਟ ਤਿਆਰ ਕਰਨਾ, ਕੰਪਨੀ ਦਾ ਉਦੇਸ਼ ਕੀ ਆ, ਪ੍ਰੋਜੈਕਟ ਦਾ ਸਕੋਪ ਕੀ ਆ, ਆਦਿ ਉਪਲਬਧ ਕਰਾਈ ਜਾਂਦੀ ਹੈ। ਮਤਲਬ ਜ਼ਿਆਦਾ ਵਿਸਤਾਰ 'ਚ ਨਹੀਂ ਜਾਂਦੇ, ਆਪਾਂ ਅੱਗੇ ਚੱਲਦੇ ਹਾਂ। ਦੂਜਾ ਹੁੰਦਾ ਪ੍ਰੋਜੈਕਟ ਦੀ ਵਿਆਖਿਆ। ਇਹਦੇ ਵਿੱਚ ਆਪਾਂ ਪ੍ਰੋਜੈਕਟ ਬਾਰੇ ਪੂਰੀ ਡਿਟੇਲ ਲਿਖਦੇ ਹਾਂ। ਇਸ ਤੱਤ ਵਿੱਚ ਸ਼ੁਰੂ ਕੀਤੇ ਜਾ ਰਹੇ ਪ੍ਰੋਜੈਕਟ ਦੀ ਵਿਸਤਾਰ ਵਿੱਚ ਵਿਆਖਿਆ ਕੀਤੀ ਜਾਂਦੀ ਹੈ। ਇਸ ਵਿੱਚ ਪ੍ਰੋਜੈਕਟ ਦੇ ਇਤਿਹਾਸ ਬਾਰੇ, ਮਤਲਬ ਕਿਉਂ ਅਸੀਂ ਸੋਚ ਕੇ ਸ਼ੁਰੂ ਕੀਤਾ, ਉਹਦੇ ਬਾਰੇ ਵੀ ਦੱਸਿਆ ਜਾਂਦਾ। ਇਸ ਵਿੱਚ ਪ੍ਰੋਜੈਕਟ ਲਈ ਲੋੜੀਂਦੀ ਜਗ੍ਹਾ, ਮਨੁੱਖੀ ਸੰਸਾਧਨ, ਮਸ਼ੀਨਰੀ ਆਦਿ ਦੀ ਵੀ ਮੁੱਢਲੀ ਜਾਣਕਾਰੀ ਦਿੱਤੀ ਜਾਂਦੀ ਹੈ। ਤਾਂ ਲਾਗਤ ਦਾ ਵੀ ਆਪਾਂ ਨੂੰ ਪਤਾ ਲੱਗਦਾ। ਪ੍ਰੋਜੈਕਟ ਦੀ ਮਤਲਬ ਡਿਟੇਲਡ ਵਿਆਖਿਆ। ਭੂਮਿਕਾ ਸੀਗੀ ਥੋੜੀ ਵਿਆਖਿਆ, ਸੰਖੇਪ, ਇਹ ਡਿਟੇਲਡ। ਤੀਜਾ ਪੁਆਇੰਟ ਪ੍ਰੋਡਕਟ ਦੀ ਵਿਆਖਿਆ। ਪ੍ਰੋਡਕਟ ਦੀ ਵਿਆਖਿਆ ਮਤਲਬ ਨਾਮ ਤੇ ਪਤਾ ਲੱਗ ਗਿਆ, ਵਸਤੂ ਦੀ ਵਿਆਖਿਆ, ਜਿਹੜੀ ਚੀਜ਼ ਤਿਆਰ ਕਰਨੀ ਉਹਦੇ ਬਾਰੇ ਜਾਣਕਾਰੀ ਹੈ। ਮਤਲਬ ਕਿਹੜਾ ਪ੍ਰੋਡਕਟ ਤਿਆਰ ਕਰਨਾ। ਮੰਨ ਲਓ ਆਪਾਂ ਕੱਪੜਾ ਤਿਆਰ ਕਰਨਾ ਸੀ ਤਾਂ ਕੱਪੜਾ ਪ੍ਰੋਡਕਟ ਆ, ਤਾਂ ਆਪਾਂ ਕੀ ਸੋਚਿਆ ਕਿਹੜਾ ਪ੍ਰੋਡਕਟ ਤਿਆਰ ਕਰਨਾ, ਕੱਪੜਾ। ਪ੍ਰੋਡਕਟ ਦੀ ਮਾਰਕੀਟ ਵਿੱਚ ਮੰਗ ਕੀ ਆ, ਮਤਲਬ ਮਾਰਕੀਟ ਦੇ ਵਿੱਚ ਵਿਕਣ ਜੋਗਾ ਹੈਗਾ ਵੀ ਹੈ ਕਿ ਨਹੀਂ, ਉਹ ਵੀ ਇਹਦੇ 'ਚ ਲਿਖਿਆ ਜਾਂਦਾ। ਪ੍ਰੋਡਕਟ ਦੀ ਪ੍ਰਤੀ ਪੀਸ ਲਾਗਤ ਕਿੰਨੀ ਹੋਵੇਗੀ, ਵੀ ਆਪਾਂ ਨੂੰ ਕਿੰਨੇ ਦਾ ਪਊਗਾ, ਲਾਗਤ ਮਤਲਬ ਆਪਾਂ ਨੂੰ ਕਿੰਨੇ ਦਾ ਪਊਗਾ। ਪ੍ਰੋਡਕਟ ਦੀ ਕੁਆਲਿਟੀ ਕੀ ਹੋਊਗੀ, ਇਹ ਸਾਰਾ ਕੁਝ ਪ੍ਰੋਡਕਟ ਦੀ ਵਿਆਖਿਆ ਵੀ ਆਪਾਂ ਪ੍ਰੋਜੈਕਟ ਰਿਪੋਰਟ ਦੇ ਵਿੱਚ ਦਰਜ ਕਰਦੇ ਹਾਂ। ਚੌਥੀ ਹੁੰਦੀ ਹੈ ਸਥਿਤੀ ਦੀ ਵਿਆਖਿਆ। ਸਥਿਤੀ ਮਤਲਬ ਕੰਪਨੀ ਕਿੱਥੇ ਲਗਾਉਣੀ ਆ, ਪ੍ਰੋਜੈਕਟ ਕਿੱਥੇ ਲਗਾਉਣਾ, ਤੁਸੀਂ ਜਿਹੜਾ ਵੀ ਕੰਪਨੀ ਜਾਂ ਪ੍ਰੋਜੈਕਟ ਲਗਾ ਰਹੇ ਹੋ ਕਿੱਥੇ ਲਗਾਉਣਾ, ਤਾਂ ਉਹ ਵੀ ਕਿੱਡੀ ਕੁ ਦੂਰ ਹੋਊਗਾ। ਠੀਕ ਹੈ, ਕਿੰਨੀ ਕੁ ਜਗ੍ਹਾ ਚਾਹੀਦੀ ਹੈ, ਸਾਰਾ ਕੁਝ ਵੀ ਆਪਾਂ ਪ੍ਰੋਜੈਕਟ ਰਿਪੋਰਟ ਦੇ ਵਿੱਚ ਦਰਜ ਕਰਦੇ ਹਾਂ ਚੌਥੇ ਪੁਆਇੰਟ ਦੇ ਵਿੱਚ, ਸਥਿਤੀ ਵਿਆਖਿਆ ਦੇ ਵਿੱਚ। ਪੰਜਵਾਂ ਪੁਆਇੰਟ ਉਪਕਰਨ ਵਿਆਖਿਆ। ਉਪਕਰਨ ਮਤਲਬ ਔਜ਼ਾਰ, ਤਾਂ ਮਤਲਬ ਜਿਹਦੇ ਵਿੱਚ ਮਸ਼ੀਨਰੀ ਵਗੈਰਾ ਬਾਰੇ ਜਾਣਕਾਰੀ ਹੋਵੇ, ਜਿਵੇਂ ਮਸ਼ੀਨਰੀ ਕਿਹੜੀ ਲਗਾਉਣੀ ਆ, ਹੋਰ ਕਿਹੜੇ ਕਿਹੜੇ ਉਪਕਰਨ ਚਾਹੀਦੇ ਨੇ, ਇਹ ਸਾਰੀ ਜਾਣਕਾਰੀ ਵੀ ਆਪਾਂ ਪ੍ਰੋਜੈਕਟ ਰਿਪੋਰਟ ਦੇ ਵਿੱਚ ਦਰਜ ਕਰਦੇ ਹਾਂ, ਜਿਹਦੀ ਹੈਡਿੰਗ ਕੀ ਦਿੰਦੇ ਆ, ਉਪਕਰਨ ਵਿਆਖਿਆ। ਹੁਣ ਉਤਪਾਦਨ ਮਤਲਬ ਪੈਦਾਵਾਰ। ਛੇਵਾਂ ਪੁਆਇੰਟ ਪੈਦਾਵਾਰ ਦੀ, ਉਤਪਾਦਨ ਦੀ ਵਿਆਖਿਆ। ਮਤਲਬ ਕੀ ਚੀਜ਼ ਤਿਆਰ ਕਰਨੀ ਆ, ਕਿੱਥੋਂ ਕੱਚਾ ਮਾਲ ਆਊਗਾ, ਇਹ ਸਾਰੀ ਮੈਨੂਫੈਕਚਰਿੰਗ ਦੀ ਡਿਟੇਲ ਦੇਣੀ ਆ। ਇਸ ਵਿੱਚ ਪ੍ਰੋਡਕਟ ਦੀ ਉਤਪਾਦਨ ਨਾਲ ਸੰਬੰਧਿਤ ਪੱਖ, ਜਿਵੇਂ ਕੱਚਾ ਮਾਲ ਕਿੱਥੋਂ ਪ੍ਰਾਪਤ ਕਰਨਾ, ਮਸ਼ੀਨ ਚਲਾਉਣ ਲਈ ਕਿੰਨੇ ਵਰਕਰਾਂ ਦੀ ਲੋੜ ਆ, ਪ੍ਰੋਡਕਟ ਦੀ ਕੁਆਲਿਟੀ ਕਿਹੋ ਜਿਹੀ ਹੋਣੀ ਚਾਹੀਦੀ ਹੈ, ਇਹਨਾਂ ਗੱਲਾਂ ਦਾ ਧਿਆਨ ਰੱਖਿਆ ਜਾਂਦਾ। ਮਤਲਬ ਇਹ ਸਾਰੀ ਜਾਣਕਾਰੀ ਪ੍ਰੋਡਕਟ ਬਾਰੇ, ਉਤਪਾਦਨ ਕਿਵੇਂ ਕਰਨਾ, ਮਸ਼ੀਨਾਂ ਕੌਣ ਚਲਾਊਗਾ, ਕਿੰਨੀਆਂ ਮਸ਼ੀਨਾਂ ਚੱਲਣਗੀਆਂ, ਕਿੰਨਾ ਪ੍ਰੋਡਕਟ ਤਿਆਰ ਕਰਨਾ, ਕੱਚਾ ਮਾਲ ਕਿੱਥੋਂ ਪ੍ਰਾਪਤ ਹੁੰਦਾ, ਉਹ ਸਾਰੀ ਜਾਣਕਾਰੀ ਇਹਦੇ ਵਿੱਚ ਦਰਜ ਹੁੰਦੀ ਆ। ਸੱਤਵਾਂ ਪੁਆਇੰਟ ਸੰਸਥਾ ਦੀ ਵਿਆਖਿਆ। ਸੰਸਥਾ ਦੀ ਵਿਆਖਿਆ ਮਤਲਬ ਜਿਹੜੀ ਸੰਸਥਾ ਦੁਆਰਾ ਉਦਯੋਗ ਦੀ ਸ਼ੁਰੂਆਤ ਕੀਤੀ ਗਈ ਆ ਉਹਦੇ ਬਾਰੇ ਜਾਣਕਾਰੀ। ਤਾਂ ਮਤਲਬ ਇਹਦੇ 'ਚ ਮੈਂ ਤੁਹਾਨੂੰ ਦੱਸਿਆ ਸੀ ਜਦੋਂ ਉਦਮੀ ਉਦਯੋਗ ਦੀ ਸ਼ੁਰੂਆਤ ਕਰਦਾ ਤਾਂ ਕਈ ਵਾਰ ਰਜਿਸਟਰ ਕਰਾਉਂਦਾ, ਮੋਸਟਲੀ ਸੰਸਥਾ ਨੂੰ ਰਜਿਸਟਰਡ ਕਰਾਉਂਦਾ, ਤਾਂ ਉਹ ਇਹਦੇ 'ਚ ਦੱਸਣਾ ਪੈਂਦਾ ਵੀ ਕਿਸ ਕਿਸਮ ਦੀ ਸੰਸਥਾ। ਮੰਨੋ ਇਹ ਪ੍ਰੋਪਰਾਈਟਰ ਸੰਸਥਾ ਜਾਂ ਪਾਰਟਨਰਸ਼ਿਪ ਸੰਸਥਾ ਜਾਂ ਕੰਪਨੀ ਆ ਜਾਂ ਕੀ ਆ, ਮਤਲਬ ਜਾਂ ਕੱਲੀ ਫਰਮ ਰਜਿਸਟਰਡ ਆ, ਸਾਰਾ ਕੁਝ ਉਹਦੇ 'ਚ ਜਾਣਕਾਰੀ, ਕਿੱਥੋਂ ਰਜਿਸਟਰਡ ਆ। ਜੇ ਕੋਈ ਕਈ ਵਾਰ ISO ਦੀ ਮਾਨਤਾ ਵਗੈਰਾ ਲੈ ਲੈਂਦੇ ਨੇ, ISO ਜਿਹੜਾ ਕੁਆਲਿਟੀ ਤੈਅ ਕਰਦਾ ਇੱਕ ਮਾਰਕਾ ਗਾ, ਉਹ ਮਾਰਕਾ ਦੀ ਮਾਨਤਾ ਲੈ ਲੈਂਦੇ ਨੇ, ਫਿਰ ਆਪਾਂ ਨੂੰ ਉਹ ਵੀ ਇਹਦੇ 'ਚ ਦਰਜ ਕਰਨਾ ਚਾਹੀਦਾ।
ਮਤਲਬ ਤੁਹਾਡੀ ਸੰਸਥਾ ਕਿੱਥੋਂ ਕਿੱਥੋਂ ਰਜਿਸਟਰਡ ਆ, ਉਹ ਸਾਰਾ ਕੁਝ ਇਹਦੇ 'ਚ ਲਿਖਣਾ ਹੁੰਦਾ। 8ਵਾਂ ਵਿੱਤੀ ਪ੍ਰਬੰਧ ਵਿਆਖਿਆ, ਮਤਲਬ ਇਹਦੇ 'ਚ ਆਪਾਂ ਇਹ ਦਰਜ ਕਰਦੇ ਹਾਂ ਵਿੱਤੀ ਪ੍ਰਬੰਧ ਦੇ ਵਿੱਚ ਵੀ ਅਸੀਂ ਕਿੱਥੋਂ ਕਿੱਥੋਂ ਪੈਸੇ ਦਾ ਪ੍ਰਬੰਧ ਕਰਾਂਗੇ, ਉਹ ਸਾਰੀ ਜਾਣਕਾਰੀ ਦਿੰਦੇ ਹਾਂ। ਪ੍ਰੋਜੈਕਟ ਉੱਪਰ ਲਾਗਤ ਕਿੰਨੀ ਲੱਗੇਗੀ ਇਹ ਵੀ ਦੱਸਾਂਗੇ। ਉਸ ਲਾਗਤ ਲਈ ਲੋੜੀਂਦਾ ਵਿੱਤੀ ਪ੍ਰਬੰਧ ਕਿੱਥੋਂ ਕੀਤਾ ਜਾਣਾ ਹੈ, ਅਸੀਂ ਪੈਸਾ ਕਿੱਥੋਂ ਲਿਆਵਾਂਗੇ, ਉਹ ਵੀ ਜਾਣਕਾਰੀ ਇਹਦੇ ਵਿੱਚ ਦਰਜ ਹੈ। ਪਹਿਲਾ ਦੇਖੋ ਪ੍ਰੋਜੈਕਟ ਉੱਪਰ ਲਾਗਤ, ਦੂਜਾ ਦੇਖੋ ਲੋੜੀਂਦਾ ਵਿੱਤੀ ਪ੍ਰਬੰਧ ਕਿੱਥੋਂ ਕਰਨਾ। ਪ੍ਰੋਜੈਕਟ ਲਈ ਸਥਾਈ ਅਤੇ ਅਸਥਾਈ ਪੂੰਜੀ ਦਾ ਰਿਕਾਰਡ ਰੱਖਣਾ, ਜਿਹੜੀ ਵੀ ਆਪਣੇ ਕੋਲ ਸਥਾਈ ਪੂੰਜੀ ਹੈ ਤੇ ਅਸਥਾਈ ਪੂੰਜੀ ਉਹ ਵੀ ਇਹਦੇ 'ਚ ਦਰਜ ਕਰਾਂਗੇ। ਪ੍ਰੋਜੈਕਟ ਲਈ ਅਸਥਾਈ ਖਰਚੇ ਕਿਹੜੇ ਕਿਹੜੇ ਹੋ ਸਕਦੇ ਨੇ, ਆਪਾਂ ਮੈਂ ਤੁਹਾਨੂੰ ਦੱਸਿਆ ਨਹੀਂ ਸੀ, ਆਪਾਂ ਸਾਲ ਲਈ ਲੈ ਕੇ ਚੱਲਦੇ ਹਾਂ ਵੀ ਆਪਾਂ ਨੂੰ ਲੱਗਦਾ ਵੀ ਜਿਹੜੇ ਇੱਕੋਦਮ ਹੀ ਖਰਚੇ ਹੋ ਜਾਣ, ਪਹਿਲਾਂ ਹੀ ਪੈਸਾ ਆਪਾਂ ਬਚਾ ਕੇ ਰੱਖਦੇ ਹਾਂ ਉਹਦੇ ਵਾਸਤੇ। ਕਈ ਵਾਰ ਪਤਾ ਹੀ ਨਹੀਂ ਲੱਗਦਾ ਖਰਚੇ ਦਾ, ਜਿਹੜਾ ਆਪਾਂ ਸੋਚਿਆ ਨਹੀਂ ਹੁੰਦਾ ਪਰ ਹੋ ਜਾਂਦਾ, ਤਾਂ ਉਹ ਜਿਹੇ ਲਈ ਵੀ ਆਪਾਂ ਪੈਸੇ ਬਚਾ ਕੇ ਰੱਖਦੇ ਹਾਂ। 9ਵਾਂ ਪੁਆਇੰਟ ਹੈ ਜੀ ਮਾਰਕੀਟਿੰਗ ਵਿਆਖਿਆ। ਹਾਂ ਮੈਂ ਤੁਹਾਨੂੰ ਦੱਸਿਆ ਸੀ ਜਦੋਂ ਪ੍ਰੋਡਕਟ ਤਿਆਰ ਹੋ ਗਿਆ, ਤਿਆਰ ਹੋਣ ਤੋਂ ਬਾਅਦ ਮਾਰਕੀਟਿੰਗ ਕਰਨੀ, ਵੇਚਣਾ, ਤਾਂ ਵੇਚਣ ਲਈ ਕਿੱਥੇ ਕਿਹੜੀ ਮਾਰਕੀਟ ਦੇ ਵਿੱਚ ਵੇਚਣਾ, ਮਾਰਕੀਟਿੰਗ ਕਿਵੇਂ ਕਰਨੀ ਆ, ਐਡ ਕਿਵੇਂ ਕਰਨੀ ਆ, ਮਤਲਬ ਮਸ਼ਹੂਰੀ ਕਿਵੇਂ ਕਰਨੀ ਆ ਪ੍ਰੋਡਕਟ ਦੀ, ਕਿਹੜੇ ਬਾਜ਼ਾਰ ਦੇ ਵਿੱਚ ਵੇਚਣਾ, ਇਹ ਸਾਰਾ ਕੁਝ ਆਪਾਂ ਨੇ ਮਾਰਕੀਟਿੰਗ ਵਿਆਖਿਆ ਦੇ ਵਿੱਚ ਦਰਜ ਕਰਦੇ ਹਾਂ। ਇਸ ਤੱਤ ਵਿੱਚ ਪ੍ਰੋਡਕਟ ਦੀ ਤਿਆਰੀ ਤੋਂ ਬਾਅਦ ਉਸ ਪ੍ਰੋਡਕਟ ਨੂੰ ਵੇਚਣ ਲਈ ਮਾਰਕੀਟਿੰਗ ਦੇ ਵੱਖ-ਵੱਖ ਤਰੀਕਿਆਂ ਦੀ ਵਿਆਖਿਆ ਕੀਤੀ ਜਾਂਦੀ ਹੈ। ਮਤਲਬ ਮਾਰਕੀਟਿੰਗ ਕਿਵੇਂ ਕਰਨੀ ਹੈ, ਪ੍ਰੋਡਕਟ ਦੀ ਸੇਲ ਕਿਸ ਤਰੀਕੇ ਨਾਲ ਕਰਨੀ, ਕਿਹੜੇ ਬਾਜ਼ਾਰ 'ਚ ਹੋਣੀ ਹੈ, ਇਹ ਸਾਰਾ ਕੁਝ ਫੈਸਲਾ ਇਸੇ ਦੇ ਦਿਨ ਲੈ ਕੇ ਲਿਖਿਆ ਜਾਂਦਾ ਪ੍ਰੋਜੈਕਟ ਰਿਪੋਰਟ ਦੇ ਵਿੱਚ। 10ਵਾਂ ਸਿੱਟਾ, ਸਿੱਟਾ ਮਤਲਬ ਇਹ ਆਪਣੀ ਵੀਡੀਓ ਦਾ ਸਿੱਟਾ ਨਹੀਂ ਹੈ, ਇਹ ਪ੍ਰੋਜੈਕਟ ਰਿਪੋਰਟ ਦਾ ਇੱਕ ਅੰਗ ਆ, ਮਤਲਬ ਪ੍ਰੋਜੈਕਟ ਰਿਪੋਰਟ ਦਾ ਇੱਕ ਤੱਤ ਆ ਜਿਹੜਾ 10ਵੀਂ ਤੱਕ ਉਹਦੇ 'ਚ ਵੀ ਸਿੱਟਾ ਲਿਖਦੇ ਆ। ਸਿੱਟਾ ਮਤਲਬ ਵੀ ਆਪਾਂ ਸਾਰੇ ਪ੍ਰੋਜੈਕਟ ਨੂੰ ਐਕਸਪਲੇਨ ਕਰਨ ਤੋਂ ਬਾਅਦ ਆਪਦੇ ਵੱਲੋਂ ਜਿਹੜੇ ਵਿਚਾਰ ਹੁੰਦੇ ਨੇ ਵੀ ਆਹ ਹੁੰਦਾ, ਆਹ ਆਪਣਾ ਸਿੱਟਾ ਨਿਕਲਦਾ ਸਾਰਾ ਕਰਾ ਕੇ ਉਹ ਆਪਾਂ ਲਿਖਦੇ ਹਾਂ। ਜਿਵੇਂ ਇਸ ਪ੍ਰੋਜੈਕਟ ਵਿੱਚੋਂ ਲਾਭ ਕਿੱਥੋਂ ਹੋ ਸਕਦਾ ਇਹ ਵੀ ਆਪਾਂ ਦੇਖ ਲੈਂਦੇ, ਜੋ ਸਾਰਾ ਖਰਚਾ ਪਤਾ ਲੱਗ ਗਿਆ ਤਾਂ ਸਿੱਟਾ ਲਿਖ ਦਿੰਦੇ ਵੀ ਇੱਥੋਂ ਅੰਦਾਜ਼ਾ ਵੀ ਇੱਥੋਂ ਤੋਂ ਲਾਭ ਹੋ ਸਕਦਾ, ਇੱਥੇ ਕੀ ਕੀ ਜੋਖਿਮ ਉਠਾਉਣੇ ਪੈ ਸਕਦੇ ਨੇ, ਮਤਲਬ ਕੀ ਕੀ ਆਪਾਂ ਨੂੰ ਰਿਸਕ ਆ ਸਕਦੇ ਨੇ ਸਾਹਮਣੇ, ਇਹ ਵੀ ਆਪਾਂ ਇਹਦੇ ਵਿੱਚ ਹੀ ਲਿਖਦੇ ਹਾਂ। ਇਹ ਸਾਰਾ ਸਿੱਟਾ ਲਿਖਦੇ ਹਾਂ, ਠੀਕ ਹੈ। ਉਹਦੇ 'ਚ ਲਿਖਦੇ ਹਾਂ ਵੀਡੀਓ ਦਾ ਸਿੱਟਾ ਨਹੀਂ ਹੈਗਾ, ਆਪਣੀ ਵੀਡੀਓ ਦਾ ਸਿੱਟਾ ਨਹੀਂ ਹੈ, ਪ੍ਰੋਜੈਕਟ ਰਿਪੋਰਟ ਦਾ ਸਿੱਟਾ, ਠੀਕ ਹੈ। ਇਹ ਸੀਗਾ ਆਪਣਾ ਟੌਪਿਕ ਪ੍ਰੋਜੈਕਟ ਰਿਪੋਰਟ, ਪ੍ਰੋਜੈਕਟ ਰਿਪੋਰਟ ਦੀ ਜ਼ਰੂਰਤ ਤੇ ਪ੍ਰੋਜੈਕਟ ਰਿਪੋਰਟ ਦੇ ਤੱਤ। ਦੇਖੋ ਬੇਟਾ ਮੈਂ ਤੁਹਾਨੂੰ ਇੰਨੀ ਗੱਲ ਜ਼ਰੂਰ ਦੱਸੂਗਾ ਵੀ ਪਹਿਲਾਂ ਇਹ ਯਾਦ ਰੱਖਿਓ ਕੀ ਕੁਝ ਪੜ੍ਹ ਲਿਆ ਤੇ ਕੀ ਕੁਝ ਪੜ੍ਹਨਾ। ਇੱਕ ਕ੍ਰਮਬੱਧ ਸ਼ਬਦ ਪੜ੍ਹਿਆ ਨਾ, ਕ੍ਰਮਬੱਧ ਸ਼ਬਦ, ਉਹ ਕ੍ਰਮਬੱਧ ਸ਼ਬਦ ਨੂੰ ਧਿਆਨ 'ਚ ਰੱਖਿਓ, ਤੁਸੀਂ ਵੀ ਕ੍ਰਮਬੱਧ ਪੜ੍ਹਨਾ। ਮਤਲਬ ਪਹਿਲਾ ਟੌਪਿਕ ਦੁਬਾਰਾ ਰਿਪੀਟ ਕਰਦਾ, ਪਹਿਲੇ ਪਾਠ ਦੀਆਂ 3 ਵੀਡੀਓਜ਼ ਬਣੀਆਂ ਨੇ, ਜਿਹੜੀਆਂ ਵੀਡੀਓਜ਼ ਦੇ ਵਿੱਚ ਪਹਿਲਾ ਪਾਠ ਕ੍ਰਮਬੱਧ ਰੂਪ ਦੇ ਵਿੱਚ ਪੂਰਾ ਕਰ ਦਿੱਤਾ ਗਿਆ। ਉਦੋਂ ਬਾਅਦ ਮੈਨੇ ਚੌਥੀ ਵੀਡੀਓ ਬਣਾਈ ਜਿਹਦੇ ਵਿੱਚ ਮੈਨੇ ਸਾਰੇ ਪ੍ਰਸ਼ਨਾਂ ਨੂੰ ਹੱਲ ਕਰਦੇ ਹੋਏ ਸਾਰੇ ਪਾਠ ਦੀ ਦੁਹਰਾਈ ਵੀ ਕਰਵਾ ਦਿੱਤੀ। ਹੁਣ ਆਪਾਂ ਦੂਜਾ ਚੈਪਟਰ ਸ਼ੁਰੂ ਕੀਤਾ, ਜਿਹੜੇ ਚੈਪਟਰ ਦੇ ਪਹਿਲੇ ਟੌਪਿਕ ਨੂੰ ਆਪਾਂ ਪੂਰਾ ਕੀਤਾ ਅੱਜ। ਉਹ ਟੌਪਿਕ ਸੀਗਾ ਪ੍ਰੋਜੈਕਟ ਰਿਪੋਰਟ, ਪ੍ਰੋਜੈਕਟ ਰਿਪੋਰਟ, ਇਸ ਦੀ ਜ਼ਰੂਰਤ ਅਤੇ ਇਸ ਦੇ ਤੱਤ, ਠੀਕ ਹੈ। ਇਹ ਟੌਪਿਕ ਆਪਾਂ ਅੱਜ ਪੂਰਾ ਕਰ ਲਿਆ, ਠੀਕ ਹੈ। ਤਾਂ ਇਹ ਯਾਦ ਰੱਖਣਾ ਦੂਜੇ ਪਾਠ ਦਾ ਪਹਿਲਾ ਟੌਪਿਕ ਸੀ। ਇਸ ਤੋਂ ਇਲਾਵਾ ਦੇਖੋ, ਜੇ ਕਿਸੇ ਵਿਦਿਆਰਥੀ ਨੇ, ਤੁਹਾਡੇ ਕਿਸੇ ਦੋਸਤ ਮਿੱਤਰ ਰਿਸ਼ਤੇਦਾਰ ਨੇ ਕਰੀਅਰ ਜਾਂ ਵਿਦਿਅਕ ਵਿਸ਼ਿਆਂ ਨਾਲ ਸੰਬੰਧਿਤ ਜਾਣਕਾਰੀ ਲੈਣੀ ਹੋਵੇ ਤਾਂ ਮੇਰੇ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ। ਤੇ ਦੂਜੀ ਗੱਲ, ਜੇ ਤੁਸੀਂ ਅਜਿਹੀਆਂ ਵੀਡੀਓਜ਼ ਹੀ ਲਗਾਤਾਰ ਆਪਣੇ ਮੋਬਾਈਲ ਤੇ ਨੋਟੀਫਿਕੇਸ਼ਨ ਲੈਣਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਤੇ ਤੁਹਾਨੂੰ ਇੱਕ ਗੱਲ ਹੋਰ ਦੱਸ ਦਈਏ, ਜਿਹੜੇ ਇਸੇ ਚੈਨਲ ਤੋਂ ਤੁਹਾਨੂੰ ਜਲਦੀ ਹੀ ਕੰਪੀਟੀਸ਼ਨਸ ਦੀ ਤਿਆਰੀ ਲਈ ਵੀ ਵੀਡੀਓਜ਼ ਜਾਰੀ ਕੀਤੀਆਂ ਜਾਣਗੀਆਂ। ਕੰਪੀਟੀਸ਼ਨਸ ਮਤਲਬ ਨੌਕਰੀ ਲਈ ਜਿਹੜੇ ਟੈਸਟ ਹੁੰਦੇ ਨੇ ਜ਼ਿਆਦਾਤਰ, ਠੀਕ ਹੈ, ਉਹਨਾਂ ਬਾਰੇ ਵੀ ਵੀਡੀਓਜ਼ ਪਾਇਆ ਕਰਾਂਗੇ ਤੇ ਟਾਈਮ ਨਾਲ। ਪਰ ਫਿਲਹਾਲ ਜ਼ਰੂਰਤ ਆਪਾਂ ਨੂੰ ਤੁਹਾਡੇ ਜਨਰਲ ਫਾਊਂਡੇਸ਼ਨ ਵਿਸ਼ੇ ਨੂੰ ਪੜ੍ਹਾਉਣ ਦੀ, ਇਸ ਲਈ ਅਜਿਹੀਆਂ ਵੀਡੀਓਜ਼ ਹੀ ਚੱਲਣਗੀਆਂ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਧੰਨਵਾਦ।